ਦਾ ਸ਼ਰਾਰਤੀ ਟੀਵੀ ਹੈ ਨਾ, ਜਿਹਨੂੰ ਹੁਣ ਲੋਕਾਂ ਨੇ ਨਾਮ ਦੇ ਦਿੱਤਾ ਗੋਦੀ ਮੀਡੀਆ। ਬਜ਼ੁਰਗ ਔਰਤਾਂ ਦਾ ਮਜ਼ਾਕ ਉਡਾਉਂਦੀ ਕੰਗਨਾ ਰਣੌਤ, ਜਿਹੜੀ ਕਿ ਆਪ ਇੱਕ ਨਚਾਰ ਆ, ਪੈਸੇ ਲੈ ਕੇ ਇਹਨਾਂ ਤੋਂ ਜੋ ਮਰਜ਼ੀ ਕਰਵਾ ਲਓ। ਇਹ ਸਾਡੀ ਰਾਜਧਾਨੀ ਉਨੀ ਆ ਜਿੰਨੀ ਕਿਸੇ ਮੋਦੀ ਦੀ ਤੇ ਕਿਸੇ ਅਮਿਤ ਸ਼ਾਹ ਦੀ ਹੋਵੇਗੀ। ਜਿਹੜੇ ਮੋਦੀ ਨੇ ਕਾਨੂੰਨ ਪਾਸ ਕੀਤੇ ਨਾ 3, ਉਹਨਾਂ ਚੋਂ 1 ਲਾਗੂ ਕਰਤਾ ਦਿੱਲੀ ਦੀ ਸਰਕਾਰ ਨੇ। ਕੇਂਦਰ ਨਾਲ ਗੱਲਬਾਤ ਬੇਸਿੱਟਾ ਰਹਿਣ ਤੋਂ ਬਾਅਦ ਕਿਸਾਨ ਦਿੱਲੀ ਦੇ ਬਾਰਡਰਾਂ ਤੇ ਡਟੇ ਹੋਏ ਨੇ। ਦਿੱਲੀ ਦੀਆਂ ਸਰਹੱਦਾਂ ਤੇ ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਹੈ। ਇਸ ਅੰਦੋਲਨ ਦੌਰਾਨ ਕਿਸਾਨਾਂ ਦਾ ਹਰ ਵਰਗ ਵੱਲੋਂ ਸਾਥ ਦਿੱਤਾ ਜਾ ਰਿਹਾ ਹੈ। ਦਿੱਲੀ 'ਚ ਕਿਸਾਨਾਂ ਦੇ ਹੱਕ 'ਚ ਪਹੁੰਚੇ ਹਲਕਾ ਭੁਲੱਥ ਤੋਂ ਵਿਧਾਇਕ ਸੁਖਪਾਲ ਖਹਿਰਾ ਕਿਸਾਨ ਜਥੇਬੰਦੀਆਂ ਦੇ ਹੱਕ 'ਚ ਨਿੱਤਰੇ ਨੇ। ਇੱਕ ਪਾਸੇ ਜਿੱਥੇ ਖਹਿਰਾ ਵੱਲੋਂ ਕਿਸਾਨਾਂ ਦੀ ਖੁੱਲ੍ਹ ਕੇ ਹਮਾਇਤ ਕੀਤੀ ਗਈ, ਉੱਥੇ ਹੀ ਖਹਿਰਾ ਨੇ ਨੈਸ਼ਨਲ ਮੀਡੀਆ ਤੇ ਵੀ ਤਿੱਖੇ ਨਿਸ਼ਾਨੇ ਸਾਧੇ। ਉਹਨਾਂ ਕਿਹਾ ਕਿ ਨੈਸ਼ਨਲ ਮੀਡੀਆ ਵੱਲੋਂ ਲਗਾਤਾਰ ਕਿਸਾਨਾਂ ਦੇ ਸੰਘਰਸ਼ ਨੂੰ ਤਾਰ-ਪੀੜੋ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਾਫੀ ਵੱਡਾ ਜੱਥਾ ਲੈ ਕੇ ਆਏ ਨੇ, ਤਾਂ ਅਸੀਂ ਜੇ ਹੋਰ ਕੁਝ ਨਹੀਂ ਕਰ ਸਕਦੇ, ਘੱਟੋ ਘੱਟ ਅਸੀਂ ਇਹਨਾਂ ਦੇ ਪਿੱਛੇ ਹੌਸਲਾ ਅਫਜ਼ਾਈ ਤਾਂ ਕਰ ਸਕਦੇ ਨਾ। ਅਸੀਂ ਜਿੰਨੇ ਜੋਗੇ ਵੀ ਆ, ਮੈਂ ਔਰ ਮੇਰੇ ਕੁਝ ਅੱਛੇ ਮਿੱਤਰ, ਕੁਝ ਅੱਛੇ ਰਿਸ਼ਤੇਦਾਰਾਂ ਨੇ, ਅੱਜ ਅਸੀਂ ਕੁਝ ਸਮੱਗਰੀ ਲੈ ਕੇ ਇੱਥੇ, ਕਿਉਂਕਿ ਪਤਾ ਨਹੀਂ ਕਿੰਨੀ ਦੇਰ ਬਹਿਣਾ ਪੈਣਾ ਇਹਨਾਂ ਨੂੰ, ਅਸੀਂ ਇਹਨਾਂ ਵਾਸਤੇ ਕੁਝ ਸਮਾਨ ਲੈ ਕੇ ਆ। ਉਹ ਕੋਈ ਆਸਾਨ ਨਹੀਂਗਾ, ਉਹ ਵੈਸੇ ਹੀ ਸਾਡਾ ਫਰਜ਼ ਆ, ਸਾਰੇ ਪੰਜਾਬ ਦੇ ਲੋਕਾਂ ਦਾ ਫਰਜ਼ ਆ। ਉਹ ਅਸੀਂ ਇੱਥੇ ਪਹੁੰਚ ਕੇ ਤੇ ਇਹਨਾਂ ਦੀ ਇਮਦਾਦ, ਹੌਸਲਾ ਅਫਜ਼ਾਈ। ਸਾਡੇ ਪਿੱਛੇ ਇਸ ਵਕਤ ਨਿਤਨੇਮ ਹੋ ਰਿਹਾ ਵਾ, ਰਹਿ ਰਾਸ ਦਾ ਪਾਠ ਕਰ ਰਹੇ ਨੇ। ਮੈਂ ਜਦੋਂ ਦਾ ਆਇਆ, ਮੈਨੂੰ ਹੁਣ ਤਕਰੀਬਨ ਕਾਫੀ ਦੇਰ ਹੋ ਗਈ ਆ, ਲਗਾਤਾਰ ਉੱਥੇ ਪਾਠ ਚੱਲ ਰਿਹਾ। ਤੁਸੀਂ ਸ਼ਾਇਦ ਪਿੱਛੇ ਦੇਖ ਵੀ ਸਕਦੇ, ਇੱਕ ਵਾਰੀ ਪਿੱਛੇ ਘੁਮਾਇਓ ਲਾਈਟ ਵੀ ਜਰਾ। ਨਿਤਨੇਮ ਦਾ ਪਾਠ ਚੱਲ ਰਿਹਾ ਵਾ, ਤੁਸੀਂ ਦੇਖ ਲਓ। ਜਿਹੜੇ ਇਸ ਦੇਸ਼ ਦੇ ਟੀਵੀ ਵਾਲੇ, ਇੱਧਰ ਲਿਆਓ ਲਾਈਟ, ਜਿਹੜੇ ਇਸ ਦੇਸ਼ ਦਾ ਸ਼ਰਾਰਤੀ ਟੀਵੀ ਹੈ ਨਾ, ਜਿਹਨੂੰ ਹੁਣ ਲੋਕਾਂ ਨੇ ਨਾਮ ਦੇ ਦਿੱਤਾ ਗੋਦੀ ਮੀਡੀਆ, ਉਹ ਭੜਕਾਉਂਦਾ ਵਾ ਦੇਸ਼ ਨੂੰ। ਕਦੀ ਕਹਿ ਦਿੰਦਾ ਜੀ ਇਹ ਖਾਲਿਸਤਾਨੀ ਨੇ, ਕਦੀ ਕਹਿ ਦਿੰਦੇ ਜੀ ਇਹ ਹੈਗੇ ਨੇ, ਕੀ ਕਹਿੰਦੇ, ਹੁੱਲੜਬਾਜ਼ ਨੇ, ਬੀਜੇਪੀ ਦੇ ਆਗੂ। ਕਦੀ ਇੱਕ ਉਹ ਐਕਟਰੈਸ ਜੀ ਆ ਕੇ ਸਾਡੀਆਂ ਬਜ਼ੁਰਗ ਔਰਤਾਂ ਦਾ ਮਜ਼ਾਕ ਉਡਾਉਂਦੀ ਕੰਗਨਾ ਰਣੌਤ, ਜਿਹੜੀ ਕਿ ਆਪ ਇੱਕ ਨਚਾਰ ਆ, ਪੈਸੇ ਲੈ ਕੇ ਇਹਨਾਂ ਤੋਂ ਜੋ ਮਰਜ਼ੀ ਕਰਵਾ ਲਓ, ਜਿੱਥੇ ਮਰਜ਼ੀ ਨਚਵਾ ਲਓ। ਇਸ ਤਰ੍ਹਾਂ ਦੀ ਔਰਤ ਨੂੰ ਵੀ ਇਹਨੂੰ ਹਿੰਮਤ ਆ, ਜਿਹੜੀਆਂ ਸਾਡੀਆਂ 90 ਸਾਲ ਦੀਆਂ ਬੀਬੀਆਂ ਸੰਘਰਸ਼ ਹਿੱਸਾ ਪਾ ਰਹੀਆਂ ਨਾ, ਜਿਨ੍ਹਾਂ ਦੇ ਕੁੱਬ ਨਿਕਲੇ ਹੋਏ ਨੇ, ਉਹਨਾਂ ਨੂੰ ਕਹਿੰਦੀ ਜੀ ਇਹ ਦਿਹਾੜੀ ਤੇ ਲੈ ਕੇ ਆਉਂਦੇ ਨੇ। ਆ ਤੁਹਾਨੂੰ ਦਿਹਾੜੀਦਾਰ ਲੱਗਦੇ ਨੇ ਨਜ਼ਰ ਜਿਹੜੇ ਲੋਕ ਬੈਠੇ ਨੇ। ਸ਼ਰਮ ਨਹੀਂ ਆਉਂਦੀ ਸਾਡੇ ਇਸ ਦੇਸ਼ ਦੇ ਅਮੀਰ ਬੰਦਿਆਂ ਨੂੰ। ਆ ਜਿਹੜਾ ਮੀਡੀਆ ਨੈਸ਼ਨਲ ਹੈ, ਇਹਨਾਂ 'ਚ ਹੁਣ ਇੰਨੀ ਹਿੰਮਤ ਨਹੀਂ ਗੀ ਕਿਸੇ ਇੱਕ ਵਿਅਕਤੀ ਦਾ ਨਾ ਬਿਆਨ ਚੱਕ ਕੇ। ਉਹ ਬੰਦੇ ਨੇ ਅੱਕੇ ਥੱਕੇ ਨੇ, ਉਹਨੇ ਕਿਹਾ ਫਿਰ ਜੇ ਇਦਾਂ ਨਹੀਂ ਮੰਨਣਾ ਤੇ ਫਿਰ ਦੂਜੇ ਤਰ੍ਹਾਂ ਸੋਧਾਂਗੇ ਮੋਦੀ ਨੂੰ ਜਾਂ ਫਲਾਣੇ ਨੂੰ। ਉਹ ਇੱਕ ਬਿਆਨ ਚੱਕ ਲਿਆ ਇੱਕ ਬੰਦੇ ਦਾ। ਆ ਰੋਜ਼ ਇੱਥੇ ਧਰਨਾ ਲੱਗਦਾ ਵਾ, ਲੱਖਾਂ ਦੀ ਤਾਦਾਦ ਵਿੱਚ, ਹਜ਼ਾਰਾਂ ਟਰਾਲੀਆਂ, ਕਈ ਕਿਲੋਮੀਟਰ ਲੰਬਾ ਧਰਨਾ ਲੱਗਿਆ। ਉੱਥੇ ਨਹੀਂ ਦਿਖਾਇਆ ਪਿਓ ਦੇ ਪੁੱਤਾਂ ਨੇ, ਤੇ ਸਿਰਫ ਇੱਕ ਬੰਦੇ ਦਾ ਬਿਆਨ ਚੱਕ ਕੇ ਤਾਂ ਕਿ ਟੋਰਪੀਡੋ ਕੀਤਾ ਜਾਵੇ, ਧਰਨੇ ਨੂੰ ਟੋਰਪੀਡੋ ਕੀਤਾ ਜਾਵੇ, ਇਹਨੂੰ ਕਿਸੇ ਤਰੀਕੇ ਨਾਲ ਇਹਨੂੰ ਉਖਾੜ ਦਿੱਤਾ ਜਾਵੇ। ਔਰ ਤਾਂ ਬੜੀ ਦੇਰ ਦੀ ਸਰਕਾਰ ਤਾਂ ਚਾਹੁੰਦੀ ਕਿ ਇਹ ਕਿਸੇ ਤਰੀਕੇ ਨਾਲ ਹਿੰਸਕ ਰੂਪ ਲੈ ਜਾਵੇ, ਸਾਨੂੰ ਮੌਕਾ ਮਿਲੇ ਲਾਠੀਆਂ ਮਾਰਨ ਦਾ, ਸਾਨੂੰ ਲੋਕਾਂ ਗੋਲੀਆਂ ਮਾਰਨ ਦਾ ਇਹਨਾਂ ਨੂੰ ਮੌਕਾ ਮਿਲੇ। ਪਰ ਇਹਨਾਂ ਬਹਾਦਰ ਕਿਸਾਨਾਂ ਨੇ ਅੱਜ ਤੱਕ ਇਸ ਸਾਰੀ ਗੱਲ ਨੂੰ ਸ਼ਾਂਤਮਈ ਰੱਖਿਆ ਵਾ। ਠੀਕ ਹੈ, ਜਿੱਦਣ ਦਿੱਲੀ ਆਉਣਾ ਸੀ ਸਾਡਾ ਅਧਿਕਾਰ ਸੀਗਾ, ਇਹ ਸਾਡੀ ਰਾਜਧਾਨੀ ਉਨੀ ਆ ਜਿੰਨੀ ਕਿਸੇ ਮੋਦੀ ਦੀ ਤੇ ਕਿਸੇ ਅਮਿਤ ਸ਼ਾਹ ਦੀ ਹੋਵੇਗੀ। ਉਦੋਂ ਇਹਨਾਂ ਦਾ ਆਉਣ ਦਾ ਅਧਿਕਾਰ ਸੀ। ਇਹਨਾਂ ਨੇ ਬੈਰੀਅਰ ਸਾਰੇ ਭੰਨ ਤੋੜ ਕੀਤੀ, ਪਰ ਇਹਦੇ ਬਾਵਜੂਦ ਵੀ ਕਿਸੇ ਵਿਅਕਤੀ ਦੇ ਕੋਈ ਸੱਟ ਪੇਟ ਨਹੀਂ ਲੱਗਣ ਦਿੱਤੀ, ਕੋਈ ਪਬਲਿਕ ਪ੍ਰਾਪਰਟੀ ਨੂੰ ਡੈਮੇਜ ਨਹੀਂ ਕੀਤਾ। ਵੈਸੇ ਵੀ ਪੰਜਾਬ ਦੇ ਲੋਕਾਂ ਨੂੰ ਸਾਡੇ ਗੁਰੂ ਸਾਹਿਬਾਨ ਸਿਖਾ ਕੇ ਗਏ ਨੇ, ਇਹ ਤਾਂ ਹਰ ਵੇਲੇ ਸਰਬੱਤ ਦਾ ਭਲਾ ਮੰਗਦੇ ਨੇ। ਇਹਨਾਂ ਨੇ ਤਾਂ ਭਾਈ ਕਨਈਏ ਦਾ ਰੋਲ ਅਦਾ ਕੀਤਾ। ਜਿਹੜੇ ਲੋਕ ਸਾਡੇ ਤੇ ਲਾਠੀਆਂ ਚਲਾਉਂਦੇ ਨੇ, ਜਿਹੜੇ ਪਾਣੀ ਦੇ ਬੁਛਾੜਾ ਮਾਰਦੇ ਨੇ, ਉਹਨਾਂ ਨੂੰ ਵੀ ਲੰਗਰ ਛਕਾਇਆ ਵਾ। ਇਸ ਕਰਕੇ ਇਹ ਕਦੀ ਵੀ ਦੰਗੇਬਾਜ਼ ਨਹੀਂ ਗੇ, ਇਹਨਾਂ 'ਚ ਮੌਬ ਮੈਂਟੈਲਿਟੀ ਨਹੀਂ ਗੀ ਕਿ ਜਿੱਦਾਂ ਹੁਣ ਜੇ ਅੱਜ ਚਾਹਣ ਇਹ ਇੱਥੇ ਮੇਰੇ ਖਿਆਲ ਕਈ ਲੱਖ ਬੰਦਾ ਇਕੱਠਾ ਹੋਇਆ ਤੇ ਇੱਥੇ ਲਾਗੇ ਬੰਨੇ ਜੋ ਮਰਜ਼ੀ ਲੁੱਟ ਲੈਂਦੇ। ਨਹੀਂ, ਇਹਨਾਂ ਨੇ ਤਾਂ ਸਗੋਂ ਹੋਰ ਉਹਨਾਂ ਦੀ ਸੇਵਾ ਕੀਤੀ ਆ। ਇਹ ਸਾਨੂੰ ਸਿਖਾਇਆ ਹੀ ਨਹੀਂ ਗਿਆ। ਇਸ ਕਰਕੇ ਇਹਨਾਂ ਦੀ ਜਿੰਨੀ ਮਦਦ ਕੀਤੀ ਜਾ ਸਕੇ ਥੋੜੀ ਆ। ਧਰਨੇ ਦੌਰਾਨ ਸੁਖਪਾਲ ਖਹਿਰਾ ਵੱਲੋਂ ਕਾਂਗਰਸ, ਅਕਾਲੀ ਦਲ ਸਣੇ ਆਮ ਆਦਮੀ ਪਾਰਟੀ ਨੂੰ ਵੀ ਲੰਮੇ ਹੱਥੀ ਲਿਆ ਗਿਆ।
ਖਹਿਰਾ ਮੁਤਾਬਿਕ ਕਿਸਾਨ ਜਥੇਬੰਦੀਆਂ ਵੱਲੋਂ ਸਿਆਸੀ ਲੀਡਰਾਂ ਨੂੰ ਧਰਨੇ ਤੋਂ ਦੂਰ ਰੱਖ ਕੇ ਬਿਲਕੁਲ ਸਹੀ ਫੈਸਲਾ ਕੀਤਾ ਗਿਆ ਹੈ। ਇੰਨਾ ਹੀ ਨਹੀਂ, ਖਹਿਰਾ ਵੱਲੋਂ ਸਿਆਸੀ ਪਾਰਟੀਆਂ ਤੇ ਦੋਗਲੀ ਰਾਜਨੀਤੀ ਕਰਨ ਦੇ ਦੋਸ਼ ਵੀ ਲਾਏ ਗਏ। ਹੁਣ ਆ ਗਈ ਸਾਡੇ ਪੋਲੀਟੀਕਲ ਲੋਕਾਂ ਦੀ ਗੱਲ। ਉਹਨਾਂ ਨੂੰ ਇਹਨਾਂ ਨੇ ਬਾਹਰ ਕੱਢਿਆ ਵੀ ਤੁਸੀਂ ਨਹੀਂ ਸਾਡੇ ਲਾਗੇ ਆਉਣਾ। ਉਹ ਮੈਂ ਸਮਝਦਾ ਠੀਕ ਕੱਢਿਆ, ਕਿਉਂਕਿ ਸਾਡੇ ਲੋਕੀ ਨਾ ਸ਼ਰਾਰਤਾਂ ਕਰਦੇ ਨੇ। ਉੱਥੇ ਪੰਜਾਬ 'ਚ ਕੋਈ ਟਰੈਕਟਰ ਲੈ ਕੇ ਘੁੰਮਣ ਡਿਆ ਸੀਗਾ, ਕੋਈ ਵੱਡੀਆਂ ਸੁਖਬੀਰ ਸਿੰਘ ਬਾਦਲ ਗੱਡੀਆਂ ਲੈ ਕੇ ਘੁੰਮਦਾ ਸੀਗਾ। ਭਗਵੰਤ ਮਾਨ ਹੁਣੀ ਹੋਰ ਕੁਝ ਨਹੀਂ ਕਹਿੰਦੇ, ਗ੍ਰਾਮ ਸਭਾ ਦੇ ਮਤੇ ਪਾਸ ਕਰਾ ਲੈਣੇ, ਮੀਟਿੰਗਾਂ ਕਰ ਲਏ ਪੰਜਾਬ 'ਚ। ਤੇ ਹੁਣ ਕਿੱਥੇ ਨੇ ਉਹ ਸਾਰੇ ਜਾਣੇ? ਕਿੱਥੇ ਗਏ ਤੁਹਾਡੇ ਟਰੈਕਟਰ? ਲੋਕਾਂ ਨੇ ਉਹਨਾਂ ਦਾ ਬਹੁਤ ਮਜ਼ਾਕ ਉਡਾਇਆ ਔਰ ਇਸੇ ਕਰਕੇ ਇਹਨਾਂ ਨੇ ਵਰਜਿਤ ਕੀਤਾ ਕਿ ਤੁਸੀਂ ਸਾਡੇ ਵਾਲੇ ਧਰਨਿਆਂ ਦੇ ਵਿੱਚ ਤੁਹਾਨੂੰ ਨਹੀਂ ਵੜਨ ਦੇਣਾ, ਕਿਉਂਕਿ ਤੁਸੀਂ ਧੋਖਾ ਦਿੰਦੇ ਹੋ। ਮੇਰੀ ਸਾਰੇ ਸਮੂਹ ਪੰਜਾਬ ਦੇ ਐਮਪੀਆਂ ਨੂੰ, ਐਮਐਲਏਆਂ ਨੂੰ ਇੱਕ ਮੇਰੀ ਬੇਨਤੀ ਆ ਕਿ ਤੁਸੀਂ ਇਹਨਾਂ ਦੇ ਧਰਨੇ 'ਚ ਜੇ ਤੁਹਾਨੂੰ ਲੱਗਦਾ ਵਾ ਕਿ ਇੱਥੇ ਆਉਣ ਨਹੀਂ ਦਿੰਦੇ ਜਾਂ ਕੁਝ ਲੋਕਾਂ ਦੀ ਹੂਟਿੰਗ ਹੋਈ ਆ, ਤੇ ਤੁਹਾਡਾ ਫਰਜ਼ ਬਣਦਾ ਸੀਗਾ ਕਿ ਪੰਜਾਬ ਦਾ ਵਿਧਾਨ ਸਭਾ ਦਾ ਜਿਹੜਾ 115 ਬੰਦਿਆਂ ਨੇ ਮਤਾ ਪਾਸ ਕੀਤਾ ਸੀ ਨਾ, ਉਸ ਲੜਾਈ ਨੂੰ ਅਗਲੇ ਪੜਾਅ 'ਚ ਲੈ ਕੇ ਜਾਂਦੇ। ਤੁਸੀਂ ਇੱਕ ਆਪਣਾ ਧਰਨਾ ਚੁਣੇ ਹੋਏ ਨੁਮਾਇੰਦਿਆਂ ਦਾ ਪਾਰਲੀਮੈਂਟ ਦੇ ਬਾਹਰ ਜਾਂ ਪ੍ਰਾਈਮ ਮਿਨਿਸਟਰ ਦੀ ਕੋਠੀ ਦੇ ਬਾਹਰ ਜਾਂ ਰਾਸ਼ਟਰਪਤੀ ਭਵਨ ਦੇ ਬਾਹਰ ਤੁਹਾਡਾ ਫਰਜ਼ ਬਣਦਾ ਸੀਗਾ ਕਿ ਅਸੀਂ ਅਣਮਿੱਥੇ ਸਮੇਂ ਲਈ ਬੈਠਦੇ। ਵੱਧ ਤੋਂ ਵੱਧ ਕੀ ਅਰੈਸਟ ਕਰ ਲੈਂਦੇ ਨਾ, ਤਿਹਾੜ ਜੇਲ੍ਹ ਲੈ ਜਾਂਦੇ ਨਾ। ਤੇ ਵਿਆਹ ਵੀ ਤਾਂ ਬੈਠੇ ਆ ਸਾਰੇ ਘਰੋਂ ਬਾਹਰ ਛੱਡ ਕੇ, ਸਾਰਾ ਕੁਝ ਤੁਹਾਨੂੰ ਛੱਡਦੇ, ਮੁੜ ਕੇ ਫਿਰ ਉੱਥੇ ਬੈਠਦੇ। ਇਹਦੇ ਨਾਲ ਕੀ ਹੋਣਾ ਸੀਗਾ ਕਿ ਇੱਕ ਇਲੈਕਟਿਡ ਰਿਪਰੈਜ਼ੈਂਟੇਟਿਵ ਦਾ ਅਲੱਗਾ ਪ੍ਰੈਸ਼ਰ ਇਸ ਦੇਸ਼ ਦੀ ਪ੍ਰਣਾਲੀ ਤੇ ਬਿਲਡ ਹੋਣਾ ਸੀਗਾ। ਪਰ ਜਦੋਂ ਆਪਾਂ ਨਹੀਂ ਕਰਦੇ, ਉਦੋਂ ਫਿਰ ਤੁਹਾਡੀ ਉਹ ਤੋਹੀਨ, ਤੁਹਾਡੇ ਉਹਨਾਂ ਦੇ ਮਨਾਂ ਵਿੱਚ ਤੁਹਾਡੇ ਸਿਆਸੀ ਜਮਾਤ ਦੇ ਪ੍ਰਤੀ ਇੱਕ ਨਫ਼ਰਤ ਦੀ ਭਾਵਨਾ ਪੈਦਾ ਹੁੰਦੀ ਹੈ। ਇਸ ਕਰਕੇ ਕੱਲੀਆਂ 2022 ਦੀਆਂ ਚੋਣਾਂ ਨਾ ਦੇਖੋ, ਪੰਜਾਬ ਦਾ ਇਸ ਵਕਤ ਸੰਕਟ ਦੇਖੋ, ਕਿਉਂਕਿ ਜੇ ਇਹ ਨਾ ਰਹੇ, ਕਿਸਾਨ ਨਾ ਰਹੇ, ਖੇਤੀ ਨਾ ਰਹੀ, ਤੇ ਫਿਰ ਵੋਟਾਂ ਕਿਹਦੇ ਕੋਲ ਮੰਗਣ ਜਾਵਾਂਗੇ ਆਪਾਂ? ਆਮ ਆਦਮੀ ਪਾਰਟੀ ਨੇ ਇੱਕ ਪਾਸ ਕਰਤਾ ਜੀ, ਨੋਟੀਫਿਕੇਸ਼ਨ ਹੈ 23 ਨਵੰਬਰ ਦੀ ਮੇਰੇ ਹੱਥ ਵਿੱਚ ਆ। ਜਿਹੜੇ ਮੋਦੀ ਨੇ ਕਾਨੂੰਨ ਪਾਸ ਕੀਤੇ ਨਾ 3, ਉਹਨਾਂ ਚੋਂ ਇੱਕ ਲਾਗੂ ਕਰਤਾ ਦਿੱਲੀ ਦੀ ਸਰਕਾਰ ਨੇ। ਤੇ ਉਦਾਂ ਕਹਿੰਦੇ ਅਸੀਂ 3 ਕਾਨੂੰਨਾਂ ਦੇ ਖਿਲਾਫ ਆ, ਅਸੀਂ ਕਿਸਾਨਾਂ ਦੇ ਨਾਲ ਆ, ਅਸੀਂ ਫਲਾਣੇ ਨਾਲ ਆ। ਦੋਗਲੀਆਂ ਗੱਲਾਂ ਕਰਦੇ ਨੇ, ਤਾਂ ਹੀ ਉਹ ਲੋਕਾਂ 'ਚ ਬੇਵਿਸ਼ਵਾਸੀ ਤੇ ਬੇਯਕੀਨੀ ਪੈਦਾ ਹੁੰਦੀ ਆ। ਇਹ ਪੰਜਾਬ ਦੇ ਉਹਨਾਂ ਦੇ ਲੀਡਰਾਂ ਨੂੰ ਦੱਸਣਾ ਪਵੇਗਾ ਵੀ ਤੁਸੀਂ ਇਹਨਾਂ ਨਾਲ ਖੜੇ ਹੋ ਕਿ ਮੋਦੀ ਨਾਲ ਖੜੇ ਹੋ, ਕਿਉਂਕਿ ਦੋ ਪਾਸੇ ਤਾਂ ਚੜ੍ਹ ਨਹੀਂ ਨਾ ਹੋਣਾ। ਦੋ ਬੇੜੀਆਂ ਵਿੱਚ ਸਵਾਰ ਹੋਵਾਂਗੇ ਤਾਂ ਨੁਕਸਾਨ ਹੀ ਹੁੰਦਾ ਵਾ। ਜੇ ਉਹਦੇ ਵੱਲ ਹੋਣਾ ਤਾਂ ਚੱਜ ਨਾਲ ਦੱਸ ਦਿਓ। ਜੋ ਕਿ ਇੱਥੇ ਬੈਠੇ ਜਸਬੀਰ ਸਿੰਘ ਹੁਣੀ ਆ ਤਾਂ ਸਾਰੇ ਕਿਸਾਨਾਂ ਨੇ ਕਿਹਾ ਕਿ ਕੇਜਰੀਵਾਲ ਨੂੰ ਲੋਕਾਂ ਨੇ ਕੀ ਕਹਿੰਦੇ ਉਹਦੇ ਸਿਰਾਂ ਤੇ ਬਿਠਾਇਆ ਸੀਗਾ। ਸੈਂਕੜੇ ਕਰੋੜ ਰੁਪਈਆ ਦਿੱਤਾ ਐਨਆਰਆਈ ਪੰਜਾਬੀਆਂ ਨੇ, ਤੇ ਇਹ ਧਰਨੇ ਤੇ ਬੈਠੇ ਆ। ਕੇਜਰੀਵਾਲ ਦਾ ਫਰਜ਼ ਬਣਦਾ ਸੀ ਇੱਕ ਵਾਰੀ ਹਾਲ ਹੀ ਪੁੱਛ ਜਾਂਦਾ ਆਣ ਕੇ ਇਹਨਾਂ ਨੂੰ, ਇੱਥੇ ਕੋਈ ਅਮਦਾਦ ਹੀ ਪੁੱਛ ਜਾਂਦਾ ਆਣ ਕੇ, ਇੱਥੇ ਆਪ ਆਣ ਕੇ। ਜੇ ਇਹ ਪੰਜਾਬ ਗਿਆ ਨੂੰ ਤੁਹਾਨੂੰ ਐਡੀ ਮਦਦ ਕਰ ਸਕਦੇ ਆ, ਆਪਣੇ ਪੰਜਾਬ ਦੇ ਲੋਕਾਂ ਦੀ ਲੀਡਰਸ਼ਿਪ ਨੂੰ ਛੱਡ ਕੇ, ਤੁਹਾਡਾ ਵੀ ਫਰਜ਼ ਬਣਦਾ ਸੀ ਤੁਸੀਂ ਇੱਥੇ ਆਉਂਦੇ। ਸੋ ਇਸ ਕਰਕੇ ਅੱਜ ਨਹੀਂ ਕਿ ਮੈਂ ਨੁਕਤਾਚੀਨੀ ਪਰ ਤੱਥ ਬੋਲ ਰਹੇ ਨੇ। ਆਹ ਨੋਟੀਫਿਕੇਸ਼ਨ ਦਾ ਜਵਾਬ ਦੇਣਾ ਪਊਗਾ ਇਹਨਾਂ ਨੂੰ ਕਿ ਕਿਉਂ ਨੋਟੀਫਿਕੇਸ਼ਨ ਪਾਸ ਕੀਤੀ, ਕਿਉਂ ਮੋਦੀ ਦਾ ਕਾਨੂੰਨ ਦਿੱਲੀ ਦੇ ਵਿੱਚ ਤੁਸੀਂ ਲਾਗੂ ਕੀਤਾ। ਇਹਦਾ ਮਤਲਬ ਤੁਸੀਂ ਕਿਸਾਨਾਂ ਦੇ ਸੰਘਰਸ਼ ਨੂੰ ਕਮਜ਼ੋਰ ਕਰਨਾ ਚਾਹੁੰਦੇ। ਬਹੁਤ ਸਾਰੀਆਂ ਗੱਲਾਂ ਹੋਰ, ਲੇਕਿਨ ਸਮਾਂ ਇਜਾਜ਼ਤ ਨਹੀਂ ਦਿੰਦਾ। ਮੈਂ ਸਾਰਿਆਂ ਦਾ, ਆਪਣੇ ਭਰਾਵਾਂ ਦਾ, ਜਿਹੜੇ ਇੱਥੇ ਬੈਠੇ ਨੇ, ਇੱਕ ਹੁੰਦਾ ਕਹਿਣਾ, ਇੱਕ ਹੁੰਦਾ ਬਹਿਣਾ। ਕਹਿਣ ਤੇ ਬਹਿਣ ਵਿੱਚ ਬਹੁਤ ਅੰਤਰ ਆ। ਜਿਹੜੇ ਆਪਣੇ ਘਰਾਂ ਚੋਂ ਛੱਡ ਕੇ ਇੰਨੇ ਦਿਨਾਂ ਤੋਂ ਲਗਾਤਾਰ, ਜਿੱਦਾਂ ਇਹਨਾਂ ਨੇ ਕਿਹਾ ਕਿ ਨਾ ਇੱਥੇ ਕੋਈ ਸਾਧਨ ਆ, ਨਾ ਇੱਥੇ ਕੋਈ ਵਾਸ਼ਰੂਮ ਆ, ਨਾ ਇੱਥੇ ਕੋਈ ਖਾਣ ਦਾ ਚੱਜ ਦੀ ਗੱਲ ਆ, ਨਾ ਇੱਥੇ ਨਹਾਉਣ ਵਾਸਤੇ ਬੰਦੋਬਸਤ ਆ, ਲਾਗੇ ਮਤਲਬ ਭੇੜੇ ਥਾਵਾਂ ਦੇ ਉੱਤੇ ਬਹਿਣਾ ਥੱਲੇ ਪਿਆ। ਕਿਹਦੇ ਲਈ ਬੈਠੇ ਇਹ ਲੋਕ? ਇਹ ਆਪਣੇ ਸਭ ਲਈ ਬੈਠੇ ਆ, ਆਪਣੇ ਸੂਬੇ ਲਈ ਬੈਠੇ ਆ। ਇਸ ਲਈ ਇਹਨਾਂ ਦਾ ਸਾਥ ਦੇਣਾ ਬਹੁਤ ਲਾਜ਼ਮੀ ਸੀਗਾ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਜੀ। ਫਤਿਹ ਬੁਲਾ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੱਸਦੀ ਕਿ ਲੱਖਾਂ ਦੀ ਗਿਣਤੀ 'ਚ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਨੂੰ ਘੇਰਾ ਪਾਇਆ ਗਿਆ ਹੈ। ਉਹਨਾਂ ਵੱਲੋਂ ਖੇਤੀ ਕਾਨੂੰਨਾਂ ਖਿਲਾਫ ਦਿੱਲੀ ਦੀਆਂ ਸਰਹੱਦਾਂ ਤੇ ਬੈਠ ਕੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਲਗਾਤਾਰ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਪਰ ਉੱਥੇ ਹੀ ਕਿਸਾਨਾਂ ਦੇ ਇੰਨੇ ਸੰਘਰਸ਼ ਦੇ ਬਾਵਜੂਦ ਵੀ ਕੇਂਦਰ ਸਰਕਾਰ ਆਪਣੇ ਫੈਸਲੇ ਤੇ ਟਸ ਤੋਂ ਮਸ ਹੁੰਦੀ ਦਿਖਾਈ ਨਹੀਂ ਦੇ ਰਹੀ। ਬਿਊਰੋ ਰਿਪੋਰਟ, ਪੰਜਾਬੀ ਲੋਕ ਚੈਨਲ।